ਅੱਜ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਨੰਬਰ ਹੈ ਦੁਨੀਆ ਦੇ ਵਿੱਚ 3.3 3.3। ਹੁਣ ਸਵਾਲ ਹੈ ਵੀ ਕਿ ਹੈ ਕੀ ਹੈ। ਇਹ ਕੋਈ ਪਰਸੈਂਟੇਜ ਨਹੀਂ, ਇਹ ਟੈਂਪਰੇਚਰ ਵੀ ਨਹੀਂ, ਇਹ ਯੂਰੇਨੀਅਮ ਇਨਰਿਚਮੈਂਟ ਦਾ ਲੈਵਲ ਵੀ ਨਹੀਂ, ਇਹ ਸਪੀਡ ਹੈ। ਯਾਨੀ ਆਵਾਜ਼ ਦੀ ਰਫ਼ਤਾਰ ਤੋਂ 3 ਗੁਣਾ ਜ਼ਿਆਦਾ ਸਪੀਡ। ਤੇ ਅੱਜ ਦੇ ਦਿਨ ਇਹ ਨੰਬਰ ਈਰਾਨ ਕ੍ਰਾਈਸਿਸ ਵਿੱਚ ਸਭ ਤੋਂ ਵੱਡਾ ਸਟ੍ਰੈਟੇਜਿਕ ਫੈਕਟਰ ਬਣ ਚੁੱਕਿਆ ਹੈ। ਰॉयटर ने 6 सोर्सेस के हवाले ਨਾਲ ਰਿਪੋਰਟ ਕੀਤਾ ਹੈ ਕਿ ਈਰਾਨ ਚੀਨ ਤੋਂ CM302 ਐਂਟੀ ਸ਼ਿਪ ਕਰੂਜ਼ ਮਿਜ਼ਾਈਲ ਜਿਹੜੇ ਨੇ ਉਹ ਖਰੀਦਣ ਦੇ ਬਹੁਤ ਕਰੀਬ ਹੈ। ਡਿਲੀਵਰੀ ਹਲੀ ਕਨਫਰਮ ਨਹੀਂ ਹੋਈ, ਹਰ ਡੀਲ ਤਕਰੀਬਨ ਫਾਈਨਲ ਸਟੇਜ ਤੇ ਵੇ। ਇਹ ਕੋਈ ਆਮ ਮਿਜ਼ਾਈਲ ਨਹੀਂ, CM302 ਐਂਟੀ ਸ਼ਿਪ ਕਰੂਜ਼ ਮਿਜ਼ਾਈਲ ਇਹ ਚੀਨ ਦਾ ਸਭ ਤੋਂ ਐਡਵਾਂਸਡ ਐਕਸਪੋਰਟ ਗ੍ਰੇਡ ਐਂਟੀ ਸ਼ਿਪ ਵੈਪਨ ਹੈ। ਇਹਦੇ ਬਾਰੇ ਕੁਝ ਬੁਨਿਆਦੀ ਜਿਹੜੇ ਫੈਕਟ ਨੇ ਉਹ ਸਮਝਣੇ ਜ਼ਰੂਰੀ ਨੇ ਕਿ ਇਹਦੀ ਰੇਂਜ ਤਕਰੀਬਨ 290 ਕਿਲੋਮੀਟਰ ਹੈ। ਇਹਦੇ ਉੱਤੇ 250 ਕਿਲੋ ਦਾ ਵਾਰਹੈਡ ਲੱਗ ਸਕਦਾ ਹੈ ਤੇ ਇਹਦੀ ਸਪੀਡ ਆਵਾਜ਼ ਦੀ ਸਪੀਡ ਤੋਂ 3.3% ਜ਼ਿਆਦਾ ਵੇ। ਤੇ ਇਹਦਾ ਜਿਹੜਾ ਫਲਾਈਟ ਪ੍ਰੋਫਾਈਲ ਹੈ ਉਹ ਸੀ ਸਕੀਮਿੰਗ ਹੈ, ਮਤਲਬ ਹੈ ਕਿ ਸਮੁੰਦਰ ਦੇ ਬਿਲਕੁਲ ਉੱਪਰ ਉੱਡਦਾ ਹੈ। ਤੇ ਸਭ ਤੋਂ ਅਹਿਮ ਗੱਲ ਹੈ ਵੇ ਕਿ ਇਹ ਟਰਮੀਨਲ ਫੇਜ਼ ਵਿੱਚ ਮਨੂਵਰ ਕਰਦਾ ਹੈ, ਡਾਇਰੈਕਸ਼ਨ ਬਦਲ ਲੈਂਦਾ ਹੈ ਤਾਂ ਕਿ ਦੁਸ਼ਮਣ ਦਾ ਜਿਹੜਾ ਫਾਇਰ ਕੰਟਰੋਲ ਸਿਸਟਮ ਹੈ ਉਹ ਕਨਫਿਊਜ਼ ਹੋ ਜਾਏ। ਸਾਦਾ ਜ਼ੁਬਾਨ ਵਿੱਚ ਇਹਦਾ ਮਤਲਬ ਹੈ ਵੇ ਕਿ ਅਮਰੀਕੀ ਜੰਗੀ ਜਹਾਜ਼ਾਂ ਤੇ ਈਗਸ ਕੰਬੈਟ ਸਿਸਟਮ ਲੱਗਿਆ ਹੋਇਆ ਹੁੰਦਾ ਹੈ ਤੇ ਉਹ ਰੇਡਾਰ ਤੇ ਕੰਪਿਊਟਰ ਦੀ ਮਦਦ ਨਾਲ ਮਿਜ਼ਾਈਲ ਦੀ ਟ੍ਰੈਜੈਕਟਰੀ ਕੈਲਕੂਲੇਟ ਕਰ ਲੈਂਦਾ ਹੈ, ਅੰਦਾਜ਼ਾ ਲਾ ਲੈਂਦਾ ਹੈ ਕਿ 5 ਸਕਿੰਟ ਬਾਅਦ ਮਿਜ਼ਾਈਲ ਕਿੱਥੇ ਹੋਵੇਗਾ। ਪਰ ਜੇ ਮਿਜ਼ਾਈਲ ਆਖਰੀ ਸਕਿੰਟ ਵਿੱਚ ਡਾਇਰੈਕਸ਼ਨ ਬਦਲ ਲੇ ਤੇ ਕੰਪਿਊਟਰ ਦੀ ਪ੍ਰੈਡਿਕਸ਼ਨ ਗਲਤ ਹੋ ਜਾਂਦੀ ਹੈ, ਸਿਸਟਮ ਨੂੰ ਦੁਬਾਰਾ ਕੈਲਕੂਲੇਟ ਕਰਨਾ ਪੈਂਦਾ ਹੈ। ਤੇ ਪਰ ਜੇ ਹਰ 3.3 ਸੈਕਿੰਡ ਬਾਅਦ ਮਿਜ਼ਾਈਲ ਜਿਹੜਾ ਉਹ ਦੁਬਾਰਾ ਜਿਹੜਾ ਉਹ ਆਪਣੀ ਟ੍ਰੈਜੈਕਟਰੀ ਬਦਲ ਲਵੇ ਤੇ ਫਿਰ ਉਹਨੂੰ ਕੈਲਕੂਲੇਟ ਕਰਨ ਦਾ ਵਕਤ ਹੀ ਕੋਈ ਨਹੀਂ ਹੁੰਦਾ। ਤੇ ਇਹ ਹੀ ਅਸਲ ਖਤਰਾ ਹੈ। ਹੁਣ ਈਗਸ ਸਿਸਟਮ ਜਿਹੜਾ ਬਹੁਤ ਐਡਵਾਂਸ ਹੈ, ਇਹ ਬੇਅਕ ਵਕਤ ਸੈਂਕੜਿਆਂ ਜਿਹੜੇ ਨੇ ਨਾ ਟਾਰਗੇਟ ਉਹ ਟਰੈਕ ਕਰ ਸਕਦਾ ਹੈ, ਬਹੁਤ ਐਡਵਾਂਸ ਸਿਸਟਮ ਹੈ। ਪਰ ਇਹ ਜ਼ਿਆਦਾਤਰ ਸਬਸੋਨਿਕ ਮਿਜ਼ਾਈਲ ਲਈ ਜਿਹੜਾ ਨਾ ਆਪਟੀਮਾਈਜ਼ ਕੀਤਾ ਗਿਆ ਹੈ। ਤੇ ਸਬਸੋਨਿਕ ਮਿਜ਼ਾਈਲ ਜਿਹੜੇ ਨੇ ਉਹ 90 ਸਕਿੰਟ ਦਾ ਤੁਹਾਨੂੰ ਰਿਐਕਸ਼ਨ ਟਾਈਮ ਜਿਹੜੇ ਨੇ ਉਹ ਦਿੰਦੇ ਨੇ, 90 ਸਕਿੰਟ ਤੋਂ ਮੈਕਸਿਮਮ 3 ਮਿੰਟ ਤੱਕ ਦਾ। ਲੇਕਿਨ ਜਿਹੜੇ ਸੁਪਰਸੋਨਿਕ ਸੀ ਸਕੀਮਰ ਨੇ ਉਹਨਾਂ ਦੀ ਕਹਾਣੀ ਸਿਰਫ ਸਕਿੰਟਾਂ ਦੀ ਹੈ। ਉਹ ਤੁਹਾਨੂੰ ਸਕਿੰਟਾਂ ਦੇ ਵਿੱਚ ਉਹ ਆਪਣੀ ਡਾਇਰੈਕਸ਼ਨ ਮਨੂਵਰ ਕਰਕੇ ਚੇਂਜ ਕਰ ਦੇਗਾ। ਤੁਹਾਡੀ ਪੂਰੀ ਕੈਲਕੂਲੇਸ਼ਨ ਖਰਾਬ ਤੇ ਤੁਸੀਂ ਫਿਰ ਦੁਬਾਰਾ ਉਹ ਕੈਲਕੂਲੇਸ਼ਨ ਕਰਨੀ ਹੈ, ਲਾਸਟ ਮਿੰਟ ਤੇ ਉਹਦੀ ਕੈਲਕੂਲੇਸ਼ਨ ਉਹ ਹੋਏਗੀ ਨਹੀਂ ਜਿੱਥੇ ਤੁਸੀਂ ਉਹ ਆਪਣੀ ਟ੍ਰੈਜੈਕਟਰੀ ਤੇ ਉੱਥੇ ਅਟੈਕ ਕੀਤਾ ਹੋਵੇਗਾ। ਤੇ ਪਰਸ਼ੀਅਨ ਗਲਫ ਦੇ ਜਿਹੜੇ ਨੈਰੋ ਵਾਟਰਸ ਨੇ ਇਹਨਾਂ ਦੀਆਂ ਗੁਜ਼ਰਗਾਹਾਂ ਵਿੱਚ ਇਹ ਅਟੈਕਰ ਵਾਸਤੇ ਬਹੁਤ ਖਤਰਨਾਕ ਹੈ। ਹੁਣ ਇਹ ਕਰੇਗਾ ਕੀ, ਇਹ ਈਰਾਨ ਨੂੰ ਇੱਕ ਐਜ ਦੇਵੇਗਾ ਬਲੈਂਡਡ ਸਟ੍ਰਾਈਕ ਦਾ, ਕਿਉਂਕਿ ਈਰਾਨ ਕੋਲ ਪਹਿਲਾਂ ਹੀ ਹਜ਼ਾਰਾਂ ਦੀ ਤਾਦਾਦ 'ਚ ਸਬਸੋਨਿਕ ਡਰੋਨਸ ਨੇ, ਕਰੂਜ਼ ਮਿਜ਼ਾਈਲ ਨੇ। ਫਿਰ ਉਹਦੇ ਦਾ ਪੋਸੀਬਲ ਸਿਨੈਰੀਓ ਫਿਰ ਇਹ ਬਣੇਗਾ ਕਿ ਪਹਿਲਾ ਜਿਹੜਾ ਉਹ ਕਰੇਗਾ ਈਰਾਨ, ਜਿਹੜਾ ਉਹ ਬਲੈਂਡਡ ਸਟ੍ਰਾਈਕ ਕਰੇਗਾ, ਉਹ ਪਹਿਲਾ ਉਹ ਡਰੋਨ ਲਾਂਚ ਕਰ ਦੇਗਾ ਜਿਹੜੇ ਉਹਦੇ ਕੋਲ ਸੈਂਕੜਿਆਂ ਦੀ ਤਾਦਾਦ 'ਚ ਮੌਜੂਦ ਨੇ ਤੇ ਬੜੇ ਸਸਤੇ ਨੇ ਤੇ ਉਹ ਆਕਾਰ ਹੀ ਬਣਾਉਂਦੇ ਨੇ। ਫਿਰ ਉਹਦੇ ਬਾਅਦ ਜਦੋਂ ਦੁਸ਼ਮਣ ਦਾ ਰੇਡਾਰ ਓਵਰਲੋਡ ਹੋ ਜਾਏਗਾ ਤੇ ਫਿਰ ਉਹ ਇੰਟਰਸੈਪਟਰ ਜਿਹੜੇ ਨੇ ਰੇਡਾਰ ਦੇ ਕੰਜ਼ਿਊਮ ਹੋ ਜਾਣ ਤੇ ਫਿਰ ਉਹ ਕੰਬੈਟ ਇਨਫੋਰਮੇਸ਼ਨ ਸੈਂਟਰ ਉੱਤੇ ਜਿਹੜਾ ਆਪਰੇਸ਼ਨ ਦਾ ਪ੍ਰੈਸ਼ਰ ਹੈ ਉਹ ਵੀ ਪੈ ਜਾਏਗਾ। ਤੇ ਫਿਰ ਇਹ ਲਾਂਚ ਕਰਨ ਦੇ CM302 3.3 ਬਿਲਕੁਲ ਲਾਸਟ ਮਿੰਟ ਉੱਤੇ ਡਿਸਾਈਸਿਵ ਜਿਹੜੇ ਅਟੈਕ ਵਾਸਤੇ। ਇਸ ਸਟ੍ਰੈਟਜੀ ਨੂੰ ਬਲੈਂਡਡ ਸਟ੍ਰਾਈਕ ਡਾਕਟ੍ਰਾਈਨ ਆਖਿਆ ਜਾ ਰਿਹਾ ਹੈ ਤੇ ਇਹ ਸਿਰਫ ਮੁਸ਼ਕਿਲ ਨਹੀਂ ਹੈ, ਕੈਟਾਸਟ੍ਰੋਫੀ ਵੀ ਹੋ ਸਕਦੀ ਹੈ। ਹੁਣ ਈਰਾਨ ਨੂੰ ਨੇਵੀ ਦੀ ਤੇ ਬਿਲਕੁਲ ਜ਼ਰੂਰਤ ਕੋਈ ਨਹੀਂ। ਉਹਨੇ ਨੇਵੀ ਕੀ ਕਰਨੀ ਹੈ, ਉਹਨੂੰ ਸਿਰਫ ਪਹਾੜਾਂ ਦੇ ਵਿੱਚ ਮੋਢਿਆਂ ਤੇ ਰੱਖਣ ਵਾਲੇ ਮਿਜ਼ਾਈਲ, ਕੈਮੋਫਲੈਜ ਹੋ ਜਾਣ ਵਾਲੇ ਕਰੂਜ਼, ਆਵਾਜ਼ ਦੀ ਸਪੀਡ ਤੋਂ ਜ਼ਿਆਦਾ ਮਨੂਵਰ ਕਰਨ ਵਾਲੇ ਜਿਹੜੇ ਨੇ ਮਿਜ਼ਾਈਲ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ। ਉਹਨਾਂ ਨੂੰ ਵੱਡਾ ਜਿਹੜਾ ਕੋਈ ਇਸ ਕਿਸਮ ਦਾ ਰੇਡਾਰ ਸਿਸਟਮ, ਫਿਕਸ ਕਿਸਮ ਦਾ ਜਿਹੜਾ ਕਿ ਸਿਟਿੰਗ ਡਕ ਹੋਵੇ ਤੇ ਅਟੈਕ ਹੋ ਜਾਵੇ, ਜਾਂ ਫਿਰ ਉਹਨਾਂ ਨੂੰ ਲੰਬੇ ਜਿਹੜੇ ਨੇ ਬਹਿਰੀ ਬੇੜੇ ਤੇ ਬੈਟਲਸ਼ਿਪ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਚਾਹੀਦੇ। ਉਹਨਾਂ ਦੀ ਵਾਰ ਦੀ ਜਿਹੜੀ ਬਲੈਂਡਡ ਸਟ੍ਰਾਈਕ ਦੀ ਡਾਕਟ੍ਰਾਈਨ ਹੈ ਉਹ ਹੈ ਹੀ ਬਹੁਤ ਡਿਫਰੈਂਟ। ਹੁਣ 2000 ਜਦੋਂ 25 ਦਾ ਜੂਨ ਦਾ ਜਿਹੜਾ 12 ਡੇ ਦਾ ਕਨਫਲਿਕਟ ਹੋਇਆ ਸੀ ਈਰਾਨ ਦਾ, ਤੇ ਈਰਾਨ ਨੇ ਟੋਟਲ 574 ਮਿਜ਼ਾਈਲ ਜਿਹੜੇ ਨੇ ਉਹ ਲਾਂਚ ਕੀਤੇ ਸਨ। ਡਰੋਨ ਸਵਾਰਮ ਜਿਹੜੇ ਨੇ ਉਹਨਾਂ ਦੀ ਤੇ ਸਾਨੂੰ ਕੋਈ ਤਾਦਾਦ ਹੀ ਨਹੀਂ ਪਤਾ। ਉਹ ਬਿਲਕੁਲ ਇਸੇ ਵਾਸਤੇ ਉਹਨਾਂ ਨੂੰ ਸਵਾਰਮਸ ਆਉਂਦੇ ਨੇ। ਉਹ ਤੇ ਐਂ ਸਨ ਜਿਵੇਂ ਟਿੱਡੀ ਦਲ ਵਾਂਗੂ ਜਿਹੜੇ ਨੇ ਉਹਨਾਂ ਨੇ ਛੱਡੇ ਸਨ। ਤੇ ਉਹ ਫਿਰ ਹੋਇਆ ਕੀ ਕਿ ਫਿਰ ਦੁਸ਼ਮਣ ਦਾ ਆਰਸਨਲ ਜਿਹੜਾ ਉਹ ਕਾਫੀ ਹੱਦ ਤੱਕ ਡਿਟਰੈਂਸ ਵਾਲਾ ਕੰਜ਼ਿਊਮ ਹੋ ਗਿਆ। ਤੇ ਇਸ ਪੂਰੇ ਸਿਨੈਰੀਓ ਵਿੱਚ CM302 ਸਿਰਫ ਰਿਪਲੇਸਮੈਂਟ ਨਹੀਂ, ਇਹ ਕੁਆਲੀਟੇਟਿਵ ਅਪਗ੍ਰੇਡ ਹੈ। ਹੁਣ ਚੀਨ ਜਿਹੜਾ ਹੈ ਉਹਨੇ ਇਸ ਡੀਲ ਨੂੰ ਸਿਰਫ ਤਿਜਾਰਤ ਵਾਸਤੇ ਇਹ ਡੀਲ ਪਿਆ ਕਰਦਾ। ਉਹਦਾ ਕੀ ਮਸਲਾ ਵੇ ਕਿ ਉਹ ਆਪਣਾ ਇੰਨਾ ਹਾਈ ਐਂਡ ਜਿਹੜਾ ਉਹ ਮਿਜ਼ਾਈਲ ਜਿਹੜਾ ਉਹ ਈਰਾਨ ਨੂੰ ਵੇਚਣ ਦੀ ਡੀਲ ਕਰਨ ਲੱਗ ਪਿਆ ਵੇ। ਮਸਲਾ ਇਹ ਵੇ ਕਿ ਈਰਾਨ ਚੀਨ ਦੀ ਆਇਲ ਇੰਪੋਰਟ ਦਾ ਤਕਰੀਬਨ 10% ਸਪਲਾਈ ਕਰਦਾ ਹੈ
ਤੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਵਿੱਚ ਈਰਾਨ ਜਿਹੜਾ ਹੈ ਉਹ ਸੈਂਟਰਲ ਪੋਜੀਸ਼ਨ ਰੱਖਦਾ ਹੈ। ਚੀਨ ਨਹੀਂ ਚਾਹੁੰਦਾ ਕਿ ਤਹਿਰਾਨ ਵਿੱਚ ਵੈਸਟਰਨ ਜਿਹੜੀ ਹੈ ਪ੍ਰੋ ਵੈਸਟਰਨ ਕੋਈ ਰਜੀਮ ਆ ਜਾਏ, ਲਿਹਾਜ਼ਾ CM302 ਜਿਹੜੀ ਡੀਲ ਹੈ ਉਹ ਚੀਨ ਦੀ ਸਟ੍ਰੈਟੇਜਿਕ ਇੰਸ਼ੋਰੈਂਸ ਪਾਲਿਸੀ ਹੈ। ਚੀਨ ਦੀ ਮਿਲਟਰੀ ਦੀ ਡਾਕਟਰਾਈਨ ਹੈ ਐਂਟੀ ਐਕਸੈਸ ਏਰੀਅਲ ਡਿਨਾਇਲ, ਜਿਹਨੂੰ ਫੌਜ ਦੀ ਜ਼ੁਬਾਨ 'ਚ A2AD ਆਉਂਦੇ ਨੇ। ਮਕਸਦ ਇਹ ਨਹੀਂ ਹੁੰਦਾ ਕਿ ਅਮਰੀਕੀ ਨੇਵੀ ਵਾਂਗੂ ਤੁਸੀਂ ਵੱਡੇ ਵੱਡੇ ਜਿਹੜੇ ਨੇ ਉਹ ਹਾਥੀ ਜਿਹੜੇ ਨੇ ਵਾਈਟ ਐਲੀਫੈਂਟ ਇਕੱਠੇ ਕਰ ਲਓ ਤੇ ਨਿਰਾ ਖਰਚਾ ਵਧਾ ਲਓ, ਤੇ ਹੁਣ ਫਿਰ ਉਹਦੇ ਬਾਅਦ ਇਹ ਵੀ ਸੁਣਨ ਚ ਆਉਂਦਾ ਪਿਆ ਕਿ ਉਹਨਾਂ ਵਿੱਚੋਂ ਇੱਕ ਜਿਹੜਾ ਅਮਰੀਕੀ ਬਹਿਰੀ ਬੇੜਾ ਵੇ ਉਹਦਾ ਟਾਇਲਟ ਵੀ ਨਹੀਂ ਪਿਆ ਕੰਮ ਕਰਦਾ, ਤੇ ਲੋਕ ਲੈਣਾ ਲਾ ਕੇ ਜਿਹੜੇ ਨੇ ਟਾਇਲਟ ਦੇ ਸਾਹਮਣੇ ਖਲੋਤੇ ਨੇ ਤੇ ਉਧਰੋਂ ਕਲੌਗ ਹੋ ਗਈ ਆ ਗਏ ਨੇ ਉਹਨਾਂ ਦੇ ਟਾਇਲਟ, ਡਰੇਨੇਜ ਸਿਸਟਮ ਨਹੀਂ ਕੰਮ ਕਰਦੀ। ਇਹ ਸਿਟਿੰਗ ਡਕਸ ਹੁੰਦੀਆਂ ਨੇ, ਇਹ ਡਰਾਉਣ ਵਾਸਤੇ ਇਹ ਪੁਰਾਣੇ ਜ਼ਮਾਨੇ ਦੇ ਮਸਲੇ ਮਸਾਇਲ ਨੇ। ਜਦੋਂ ਤੁਹਾਡੀ ਚੀਨ ਦੀ ਡਾਕਟਰਾਈਨ ਹੀ ਸਾਊਥ ਚਾਈਨਾ ਸੀ ਵਿੱਚ A2AD ਐਂਟੀ ਐਕਸੈਸ ਤੇ ਏਰੀਅਲ ਡਿਨਾਇਲ ਹੈ, ਤੇ ਇਹਦਾ ਮਕਸਦ ਇਹ ਹੈ ਕਿ ਉਹ ਕਿਸੇ ਨੂੰ ਵੀ ਤਬਾਹ ਬਰਬਾਦ ਨਹੀਂ ਕਰਨਾ ਚਾਹੁੰਦਾ, ਨਾ ਉਹ ਕਿਸੇ ਨੇਵੀ ਨਾਲ ਮੁਕਾਬਲਾ ਕਰਨਾ ਚਾਹੁੰਦਾ, ਉਹ ਸਿਰਫ ਐਕਸੈਸ ਡਿਨਾਈ ਕਰਨਾ ਚਾਹੁੰਦਾ ਤੇ ਏਰੀਆ ਜਿਹੜਾ ਉਹਦੇ ਵਿੱਚ ਤੁਹਾਡੇ ਆਉਣ ਨੂੰ ਰੋਕਣਾ ਚਾਹੁੰਦਾ। ਹੁਣ ਇਹ ਜਿਹੜੇ ਅਮਰੀਕਨ ਕੈਰੀਅਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਐਂਟੀ ਐਕਸੈਸ ਤੇ ਏਰੀਆ ਡਿਨਾਇਲ ਦੀ ਡਾਕਟਰਾਈਨ ਜਿਹੜਾ ਉਹਦੇ ਤੇ ਅਮਲ ਕਰਵਾ ਸਕਦੇ ਹੋ, ਉਹਦੇ ਵਿੱਚ ਇੱਕ ਹੀ ਚਾਈਨਾ ਦਾ ਤਰੀਕਾ ਹੈ ਕਿ ਉਹ ਅਮਰੀਕਨ ਕੈਰੀਅਰਸ ਦੀ ਕਾਸਟ ਨੂੰ ਜਿਹੜਾ ਨਾ ਵਧਾ ਦਿੱਤਾ ਜਾਏ, ਰਿਸਕ ਕ੍ਰੀਏਟ ਕਰ ਦਿਓ, ਕਾਸਟ ਵਧਾ ਦਿਓ, ਆਪਰੇਸ਼ਨਲ ਸਪੇਸ ਨੂੰ ਮਹਿਦੂਦ ਕਰ ਦਿਓ। ਤੇ CM302 ਅਸਲ ਵਿੱਚ ਚਾਈਨੀਜ਼ ਮਿਜ਼ਾਈਲ ਫੈਮਿਲੀ ਦੀ ਐਕਸਪੋਰਟ ਵੇਰੀਐਂਟ ਹੈ, ਤੇ ਇਹ ਈਰਾਨ ਦੀ ਪਾਬੰਦੀਆਂ ਦੇ ਤਹਿਤ ਇਹ ਜਲਦ ਜਿਹੜਾ ਨਾ ਉਹ ਆਪ ਤੇ ਡਿਵੈਲਪ ਨਹੀਂ ਕਰ ਸਕਦਾ ਸੀ, ਲਿਹਾਜ਼ਾ ਚੀਨ ਨੇ ਡਿਸਾਈਡ ਕੀਤਾ ਹੈ ਕਿ ਇਹ ਫੌਰਨ ਜਿਹੜਾ ਉਹ ਈਰਾਨ ਨੂੰ ਫਰਾਹਮ ਕਰਨੇ ਦੀ ਡੀਲ ਕਰ ਦਿੱਤੀ ਜਾਵੇ। ਤੇ ਇਸ ਲਈ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਵੇ ਕਿ ਚਾਈਨੀਜ਼ ਐਂਟੀ ਸੈਟੇਲਾਈਟ ਕੈਪੇਬਿਲਿਟੀ ਜਿਹੜੀ ਹੈ ਉਹ ਵੀ ਈਰਾਨ ਨੂੰ ਦਿੱਤੀ ਜਾ ਸਕਦੀ ਹੈ, ਬਲਕਿ ਮੇਰਾ ਤੇ ਖਿਆਲ ਹੈ ਦੇ ਦਿੱਤੀ ਗਈ ਹੈ ਬੇਦੂ ਟੈਕਨੋਲੋਜੀ। ਹੁਣ ਇਹ ਸਭ ਤੋਂ ਖਤਰਨਾਕ ਇਹਦੀ ਜਿਹੜੀ ਹੈ ਡਾਇਮੈਂਸ਼ਨ ਨਿਕਲ ਸਕਦੀ ਹੈ, ਕਿਉਂਕਿ ਮਾਡਰਨ ਅਮਰੀਕਨ ਵਾਰਫੇਅਰ ਡਿਪੈਂਡ ਹੀ ਕਰਦਾ ਹੈ GPS ਟਾਰਗੇਟਿੰਗ ਤੇ, ਰਿਕੋਨੈਸੈਂਸ ਸੈਟੇਲਾਈਟਸ ਤੇ, ਸਿਕਿਉਰ ਕਮਿਊਨੀਕੇਸ਼ਨ ਤੇ ਅਰਲੀ ਵਾਰਨਿੰਗ ਸਿਸਟਮ। ਤੇ ਇਹ ਜਿਹੜੀ ਚਾਰੇ ਦੀਆਂ ਚਾਰੇ ਸੈਟੇਲਾਈਟ ਲੇਅਰ ਮੁਤਾਸਰ ਕਰਦੇ ਵੇ ਚਾਈਨਾ ਵਿੱਚ ਇੰਟਰਵੀਨ ਕਰਕੇ ਆਪਣੀ ਟੈਕਨੋਲੋਜੀ ਦੇ ਕਰ, ਤੇ ਫਿਰ ਗਲੋਬਲ ਕਮਾਂਡ ਐਂਡ ਕੰਟਰੋਲ ਆਰਕੀਟੈਕਟ ਪੂਰੇ ਦਾ ਪੂਰਾ ਖਤਰੇ 'ਚ ਪੈ ਜਾਂਦਾ ਹੈ। ਹੁਣ ਪਹਿਲਾਂ ਇਬਰਾਹਿਮ ਲਿੰਕਨ USS ਪਹਿਲੇ ਅਰੇਬੀਅਨ ਸੀ ਵਿੱਚ ਸੀ, ਹੁਣ USS ਜੈਰਾਲਡ ਤੇ ਫਿਰ ਫੋਰਡ ਜਿਹੜੇ ਨੇ ਉਹ ਵੀ ਆ ਰਹੇ ਨੇ। 150 ਇਹਨਾਂ ਦੇ ਉੱਤੇ 에ਅਰਕ੍ਰਾਫਟ ਨੇ, ਹਜ਼ਾਰਾਂ ਪਰਸਨਲ ਨੇ, ਮੈਸਿਵ ਇਹਨਾਂ ਦੀ ਸਟ੍ਰਾਈਕ ਕੈਪੇਬਿਲਿਟੀ ਹੈ। ਪਰ ਜੇ CM302 ਡਿਪਲੋਏ ਹੋ ਗਿਆ ਤੇ ਉਹ 290 ਕਿਲੋਮੀਟਰ ਦੇ ਅੰਦਰ ਰਿਸਕ ਜ਼ੋਨ ਵਿੱਚ ਆ ਜਾਏਗਾ। ਇਹਦੇ ਚੋਂ ਟਾਈਮਿੰਗ ਕਿਉਂ ਹੈ ਮੈਂ ਇਸ ਚੀਜ਼ ਦੀ, ਕਿਉਂ ਇੰਨੀ ਜਲਦੀ ਹੈ ਕਿ ਈਰਾਨ ਜਿਹੜਾ ਉਹ ਰਸ਼ੀਆ ਦੇ ਨਾਲ ਡੀਲਾਂ ਪਿਆ ਕਰਦਾ ਹੈ, ਫਿਰ ਚਾਈਨਾ ਜਿਹੜਾ ਉਹਦੇ ਨਾਲ ਡੀਲਾਂ ਪਿਆ ਕਰਦਾ ਹੈ। ਟਾਈਮਿੰਗ ਇਸ ਵਾਸਤੇ ਐਵੇਂ ਕਿ ਜਨੀਵਾ ਦੀਆਂ ਟਾਕਸ ਹੋ ਰਹੀਆਂ ਨੇ, ਨਿਊਕਲੀਅਰ ਦਾ ਪ੍ਰਪੋਜ਼ਲ ਜਿਹੜਾ ਹੈ ਉਹ ਕਬੂਕੀ ਥੀਏਟਰ ਚੱਲ ਰਿਹਾ ਹੈ, ਡੈਡਲਾਈਨ ਆ ਗਈ ਹੈ, ਤੇ ਫਿਰ ਹੁਣ ਹੋਣਾ ਕੀ ਹੈ, ਹੁਣ ਇਹ ਕਿਸੇ ਨਾ ਕਿਸੇ ਤੇ ਕਰਵਟ ਇਸ ਊਂਟ ਨੇ ਬਹਿਣਾ ਹੀ ਹੈ। ਤੇ ਇਹ ਫਿਰ ਇਹ ਨਹੀਂ ਲੱਗਦਾ ਪਿਆ ਕਿ ਇਹ ਕੋਈ ਕੋਇਨਸੀਡੈਂਸ ਹੈ ਇਸ ਟਾਈਮਿੰਗ ਦੇ ਨਾਲ, ਇਹ ਬਕਾਇਦਾ ਮੈਸੇਜਿੰਗ ਹੈ, ਇਹਨੂੰ ਡਿਪਲੋਮੈਟਿਕ ਨਾਨ ਵਾਇਲੈਂਟ ਮੈਸੇਜਿੰਗ ਆਂਦੇ ਨੇ। ਅਗਰ ਇਹ ਸਿਰਫ ਇੱਕ ਵੈਪਨ ਦੀ ਸੇਲ ਹੋਵੇ ਤੇ ਫਿਰ ਇਹ ਤੇ ਫਿਰ ਕਿਸੇ ਵੀ ਵਕਤ ਹੋ ਸਕਦੀ ਸੀ। ਇਹ ਪੂਰੀ ਦੀ ਪੂਰੀ ਇੱਕ ਸਟ੍ਰੈਟੇਜਿਕ ਸ਼ਿਫਟ ਹੈ। ਇਹ 3.3 ਸਿਰਫ ਇੱਕ ਨੰਬਰ ਨਹੀਂ, ਇਹ ਨੰਬਰ ਕ੍ਰਾਈਸਿਸ ਦੀ ਪੂਰੀ ਨੇਵਲ ਮੈਥਮੈਟਿਕਸ ਨੂੰ ਬਦਲ ਸਕਦਾ ਹੈ।